ਹਲਕਾ ਮੋਹਾਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਵੱਲੋਂ ਹਰਿਆਣਾ ਦੇ ਸਪੋਰਟਸ ਮਿਨਿਸਟਰ ਸੰਦੀਪ ਸਿੰਘ ਅਤੇ ਸਪੀਕਰ ਗਿਆਨ ਚੰਦ ਗੁਪਤਾ ਦੀ ਹਾਜ਼ਰੀ ਵਿੱਚ ਕੀਤਾ ਆਪਣਾ ਚੋਣ ਮਨੋਰਥ ਪੱਤਰ ਜਾਰੀ। ਜਿਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਸੰਜੀਵ ਵਸ਼ਿਸ਼ਟ ਕਿ ਮੋਹਾਲੀ ਨੂੰ ਲੈਂਡ ਮਾਫੀਆ ਭੂ ਮਾਫੀਆ ਤੋਂ ਮੁਕਤ ਕਰਾਉਣਾ। ਪ੍ਰੈਜ਼ੈਂਟਲੀ ਅਸੀਂ ਪਿੱਛੇ ਦੇਖਿਆ ਕਿ ਕਾਫੀ ਰੌਲਾ ਪੈਂਦਾ ਹੈ ਕਿ ਜਿਹੜੀ ਸਰਕਾਰੀ ਜ਼ਮੀਨਾਂ ਸ਼ਾਮਲੜ ਜ਼ਮੀਨਾਂ ਨੇ ਉਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਕਬਜ਼ੇ ਕੀਤੇ ਜਾ ਰਹੇ ਨੇ, ਮਿਸਯੂਜ਼ ਹੋ ਰਿਹਾ। ਅਸੀਂ ਇਨਸ਼ੋਰ ਕਰਾਂਗੇ ਕਿ ਇਦਾਂ ਦੀ ਪਾਲਿਸੀ ਬਣੇ ਕਿ ਇਹ ਕਬਜ਼ੇ ਨਾ ਹੋ ਸਕਣ ਔਰ ਜਿਹੜੀ ਜ਼ਮੀਨ ਹੈ ਉਹ ਰਾਈਟ ਵੇ ਔਰ ਰਾਈਟ ਯੂਜ਼ ਵਾਸਤੇ ਯੂਜ਼ ਹੋਵੇ। ਇਹ ਸਾਡਾ ਪਹਿਲਾ ਸੰਕਲਪ ਹੈ ਜੀ। ਦੂਸਰਾ, ਜਿਹੜਾ ਮੋਹਾਲੀ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ, ਜਦੋਂ ਮੈਂ ਪ੍ਰਧਾਨ ਸੀ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦਾ, ਉਦੋਂ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਪਾ ਕੇ ਇੱਥੋਂ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਕਰਵਾਈਆਂ ਸੀਗੀਆਂ ਔਰ ਪਹਿਲੀ ਫਲਾਈਟ ਅਸੀਂ ਦੁਬਈ ਲੈ ਕੇ ਗਏ ਸੀ। ਉਸ ਤੋਂ ਬਾਅਦ ਕਰੋਨਾ ਕਰਕੇ ਇੱਕ ਫਲਾਈਟ ਜਿਹੜੀ ਸਾਡੀ ਬੈਂਕਾਕ ਦੀ ਸੀਗੀ ਉਹ ਫਲਾਈਟ ਫॉर ਸਮ ਰੀਜ਼ਨ ਰੁਕਣੀ ਪਈ, ਬੰਦ ਹੋ ਗਈ। ਇਸ ਵੇਲੇ ਸਿਰਫ ਦੁਬਈ ਦੀ ਫਲਾਈਟ ਚੱਲ ਰਹੀ ਹੈ। ਸੋ ਬਾਕੀ ਸਭ ਕੁਝ ਇਨਫਰਾਸਟ੍ਰਕਚਰ ਤਿਆਰ ਹੈ। ਇੰਟਰਨੈਸ਼ਨਲ 에ਅਰਪੋਰਟ ਤੇ ਜਿਹੜੀ ਕਮੀ ਹੈ ਉਹ ਬਾਇਲੈਟਰਲਸ ਵਿੱਚ ਸਾਡੇ 에ਅਰਪੋਰਟ ਦਾ ਨਾਮ ਪੈਣਾ ਚਾਹੀਦਾ। ਅਸੀਂ ਪਹਿਲ ਦੇ ਆਧਾਰ ਤੇ ਇਹ ਕੰਮ ਵੀ ਜ਼ਰੂਰ ਕਰਾਂਗੇ ਕਿਉਂਕਿ ਇਹ ਇਸ਼ੂ ਮੇਰੇ ਦਿਲ ਦੇ ਬੜਾ ਕਰੀਬੀ ਹੈ ਔਰ ਮੈਂ ਚਾਹੁੰਦਾ ਕਿ ਜੇ ਮੈਨੂੰ ਮੌਕਾ ਮਿਲੇਗਾ ਤੇ ਮੇਰੇ ਹੱਥੋਂ ਸਿਰੇ ਚੜੇ। ਔਰ ਇਹਦੇ ਵਾਸਤੇ ਜਿਹੜੇ ਸਟੇਕ ਹੋਲਡਰ ਨੇ ਹਰਿਆਣਾ, ਚੰਡੀਗੜ੍ਹ ਔਰ ਪੰਜਾਬ, ਜਦੋਂ ਇਹ ਤਿੰਨੋਂ ਸਟੇਕ ਹੋਲਡਰ ਮਿਲ ਕੇ ਇਸ ਇਸ਼ੂ ਨੂੰ ਧੱਕਾ ਮਾਰਨਗੇ ਤੇ ਇਹ ਹਰ ਹਾਲਤ ਵਿੱਚ ਹੋਏਗੀ। ਔਰ ਸਾਡੇ ਜਿਹੜੇ ਸਟੇਕ ਹੋਲਡਰ ਨੇ ਹਰਿਆਣਾ ਤੋਂ ਸ਼੍ਰੀ ਗਿਆਨ ਚੰਦ ਗੁਪਤਾ ਜੀ ਔਰ ਸੰਦੀਪ ਜੀ ਨਾਲ ਬੈਠੇ ਨੇ, ਉਹ ਪੂਰਾ ਤੁਹਾਨੂੰ ਵੀ ਭਰੋਸਾ ਦਿਵਾਉਣਗੇ ਕਿ ਇਸ ਕੰਮ ਵਾਸਤੇ ਜਿਹੜੀ ਵੀ ਕੋਈ ਡੈਲੀਗੇਸ਼ਨ ਜਾਂ ਰਿਪਰੈਜ਼ੈਂਟੇਸ਼ਨ ਜਿਸ ਲੈਵਲ ਤੇ ਵੀ ਧੱਕਾ ਮਾਰਨਾ ਪਏਗਾ ਉਹ ਅਸੀਂ ਸਾਰੇ ਜਾਣੇ, ਚੰਡੀਗੜ੍ਹ ਦੇ ਵਿੱਚ ਵੀ ਭੈਣ ਕਿਰਨ ਖੇਰ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਵੀ ਪੂਰਾ ਸਾਥ ਦੇਣਗੇ ਜਿੱਥੇ ਕਿਤੇ ਵੀ ਲੋੜ ਪਏਗੀ। ਔਰ ਇਹ ਕੰਮ ਅਸੀਂ ਕਰਾ ਕੇ ਰਵਾਂਗੇ ਮੁਕਤ ਕਰਨ ਲਈ ਕਿ ਜਿਹੜੇ ਨਸ਼ਿਆਂ ਦਾ ਅਸੀਂ ਦੇਖਿਆ ਕਲੋਨੀਆਂ ਵਿੱਚ, ਜੋ ਤੁਸੀਂ ਵੀ ਕਵਰ ਕਰਦੇ ਰਹੇ ਹੋ ਟਾਈਮ ਟੂ ਟਾਈਮ, ਸਾਰੇ ਪੱਤਰਕਾਰ ਭਰਾ ਭੈਣ ਭਰਾ, ਕਿ ਉਸ ਨੂੰ ਅਸੀਂ ਹਰ ਹਾਲਤ ਵਿੱਚ ਨਸ਼ਾ ਮੁਕਤ ਜ਼ਰੂਰ ਕਰਾਂਗੇ ਇਸ ਸਾਰੀ ਚੀਜ਼ ਨੂੰ। ਔਰ ਨਸ਼ਾ ਮੁਕਤ ਔਰ ਪ੍ਰਦੂਸ਼ਣ ਮੁਕਤ ਅੱਗੇ ਜਿਹੜੇ 21 ਪੁਆਇੰਟ ਅਸੀਂ ਵਿਕਾਸ ਦੇ ਲਏ ਨੇ ਮੋਹਾਲੀ ਵਾਸਤੇ, ਔਰ ਇਹ ਸਾਰੇ ਪੁਆਇੰਟਾਂ ਨੂੰ ਕਰਨ ਵਾਸਤੇ ਸਿਰਫ ਪੋਲੀਟੀਕਲ ਵਿਲ ਦੀ ਲੋੜ ਹੈ, ਕੋਈ ਲੰਬਾ ਚੌੜਾ ਪੈਸਾ ਨਹੀਂ ਚਾਹੀਦਾ। ਔਰ ਜੇ ਕਿਸੇ ਵੀ ਰਿਪਰੈਜ਼ੈਂਟੇਟਿਵ ਦੇ ਵਿੱਚ ਪੋਲੀਟੀਕਲ ਵਿਲ ਹੋਵੇ ਤੇ ਜਿਹੜੇ 21 ਪੁਆਇੰਟ ਮੈਂ ਬੋਲਣ ਜਾ ਰਿਹਾ ਅੱਜ ਦੀ ਡੇਟ 'ਚ ਮੋਹਾਲੀ 'ਚ ਮਿਸਿੰਗ ਨੇ, ਉਹ 21 ਦੇ 21 ਪੁਆਇੰਟ ਬੜੀ ਆਸਾਨੀ ਨਾਲ ਕੀਤੇ ਜਾ ਸਕਦੇ ਨੇ। ਜਿਸ ਤਰ੍ਹਾਂ ਪਹਿਲਾ ਸੀਗਾ ਜੀ ਮੋਹਾਲੀ ਐਸਐਸ ਨਗਰ ਨੂੰ ਸਾਫ਼ ਸੁਥਰਾ, ਸੋਹਣਾ, ਹਰਿਆ ਭਰਿਆ ਬਣਾ ਕੇ ਸਮਾਰਟ ਸਿਟੀ ਨੰਬਰ 1 ਬਣਾਉਣਾ। ਦੂਸਰਾ, ਛੋਟੇ ਮਕਾਨ ਅਤੇ ਫਲੈਟਾਂ 'ਚ ਜ਼ਰੂਰਤ ਮੁਤਾਬਕ ਫੇਰਬਦਲ ਦੀ ਇਜਾਜ਼ਤ। ਇਹ ਪਿਛਲੇ 12-15 ਸਾਲ ਤੋਂ ਪੋਲੀਟੀਕਲ ਪਾਰਟੀਆਂ ਆਪਣੇ ਮੈਨੀਫੈਸਟੋ 'ਚ ਪਾ ਰਹੀਆਂ ਨੇ, ਬਟ ਫॉर ਸਮ ਰੀਜ਼ਨ ਇਹ ਨਿਪਰੇ ਨਹੀਂ ਲੱਗਿਆ ਔਰ ਲੋਕ ਪਰੇਸ਼ਾਨ ਨੇ, ਗ੍ਰਸਤ ਨੇ। ਇਹ ਵੀ ਕੀਤਾ ਜਾਏਗਾ ਔਰ ਇਹਦੇ ਵਿੱਚ ਤੁਸੀਂ ਦੇਖੋ ਇੱਕ ਪਾਲਿਸੀ ਹੈ, ਪਾਲਿਸੀ ਚੇਂਜ ਲਿਆਣਾ, ਕੋਈ ਖਰਚਾ ਨਹੀਂ ਹੈਗਾ। ਤੀਸਰਾ ਪੁਆਇੰਟ ਹੈ ਜੀ ਮੋਹਾਲੀ ਸ਼ਹਿਰ ਅਤੇ ਪਿੰਡਾਂ ਵਿੱਚ ਸਿਟੀ ਬੱਸ ਸਰਵਿਸ ਦਾ ਪ੍ਰਬੰਧਨ ਕਰਨਾ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਮੋਹਾਲੀ ਇੱਕ ਅਸੀਂ ਵੈਰੀ ਵੈਲ ਪਲੈਨਡ ਸਿਟੀ ਕਹਿੰਦੇ ਆ, ਬਟ ਅਨਫੋਰਚੂਨੇਟਲੀ ਮੋਹਾਲੀ 'ਚ ਬੱਸ ਅੱਡਾ ਹੈ ਨਹੀਂ। ਤੁਸੀਂ ਮੇਰੇ ਪੱਤਰਕਾਰ ਭਰਾ ਬੈਠੇ ਹੋ, ਪਲੀਜ਼ ਸ਼ੇਅਰ ਵਿਦ ਮੀ ਜੇ ਤੁਹਾਨੂੰ ਪਤਾ ਕਿ ਮੋਹਾਲੀ ਦੇ ਵਿੱਚ ਬੱਸ ਅੱਡੇ ਦਾ ਐਡਰੈਸ ਕੀ ਹੈ, ਕਿਉਂਕਿ ਮੋਹਾਲੀ ਦੇ ਕਿਸੇ ਵੀ ਵਾਸੀ ਨੂੰ ਆਪਣੇ ਬੱਸ ਅੱਡੇ ਦਾ ਐਡਰੈਸ ਨਹੀਂ ਪਤਾ। ਔਰ ਸਿਟੀ ਬੱਸ ਸਰਵਿਸ ਜਿਹੜੀ ਹੈਗੀ ਹੈ ਤਾਂ ਹੀ ਚੱਲ ਪਾਏਗੀ ਜੇ ਕਿਤੇ ਬੱਸ ਅੱਡਾ ਹੋਏਗਾ, ਉੱਥੇ ਬੱਸਾਂ ਖੜੀਆਂ ਹੋ ਸਕਣ, ਲੋਕਲ ਬੱਸਾਂ। ਸੋ ਇੰਟਰਨੈਸ਼ਨਲ ਫਲਾਈਟਾਂ ਅਸੀਂ 48 ਚਲਾਤੀਆਂ ਹਾਈ ਕੋਰਟ ਦੇ ਰਾਹੀਂ ਜਾ ਕੇ, ਇੰਟਰਨੈਸ਼ਨਲ ਫਲਾਈਟਾਂ ਨਹੀਂ, ਡੋਮੈਸਟਿਕ ਫਲਾਈਟਾਂ 48 ਤੱਕ ਚਲਾਤੀਆਂ ਅਸੀਂ, ਇੰਟਰਨੈਸ਼ਨਲ ਫਲਾਈਟ ਵੀ ਚਲਵਾਤੀ ਹਾਈ ਕੋਰਟ ਦੇ ਦਖਲ ਦੇ ਨਾਲ। ਪਰ ਮੈਨੂੰ ਲੱਗਦਾ ਕਿ ਮੇਰੇ ਤੋਂ ਇੱਕ ਗਲਤੀ ਹੋ ਗਈ, ਮੈਨੂੰ ਇੱਕ PIL ਆਪਣੇ ਬੱਸ ਸਰਵਿਸ ਵਾਸਤੇ ਜਾਂ ਬੱਸ ਸਟੈਂਡ ਵਾਸਤੇ ਵੀ ਪਾਣੀ ਚਾਹੀਦੀ ਸੀਗੀ। ਮੋਹਾਲੀ ਵਿੱਚ LPG ਲਾਈਨ, ਗੈਸ ਲਾਈਨ ਪੈਣੀ ਚਾਹੀਦੀ ਹੈ ਔਰ ਚੰਡੀਗੜ੍ਹ ਸਾਰੇ 'ਚ ਪੈ ਗਈ, ਮੋਹਾਲੀ ਵਿੱਚ ਨਹੀਂ ਪਈ ਔਰ ਪਹਿਲ ਦੇ ਆਧਾਰ ਤੇ ਪੈਣੀ ਚਾਹੀਦੀ ਹੈ। ਮੇਰੇ ਖਿਆਲ ਨਾਲ ਕਈ ਲੋਕਾਂ ਦੇ ਪਰਸਨਲ ਇੰਟਰਸਟ ਇਨਵੋਲਡ ਹੈ ਇਹਦੇ ਵਿੱਚ, ਜਿਹਦੇ ਕਰਕੇ ਕਿ ਗੈਸ ਪਾਈਪਲਾਈਨ ਨਹੀਂ ਪਈ। ਆਪਾਂ ਇੰਸ਼ੋਰ ਕਰਾਂਗੇ। ਇਹ ਮੈਂ ਦੇਖੋ ਹਾਲੇ ਤੱਕ ਮੈਂ 4 ਪੁਆਇੰਟ ਕਰ ਲਏ, ਕਿਸੇ ਚੀਜ਼ 'ਚ ਪੈਸੇ ਨਹੀਂ ਲੱਗ ਰਹੇ, ਇੱਥੇ ਸਿਰਫ ਪੋਲੀਟੀਕਲ ਵਿਲ ਦੀ ਲੋੜ ਹੈ। ਜਿੱਥੇ ਸੜਕਾਂ ਦਾ ਪ੍ਰਬੰਧਨ, ਸਰ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੈ ਜਿਹਦੇ ਵਿੱਚ ਸਵੱਛ ਪਾਣੀ ਔਰ ਜਿਹੜੇ ਮੈਂ ਪੁਆਇੰਟ ਲਏ ਨੇ ਉਹ ਸਾਰੇ ਕਵਰ ਹੁੰਦੇ ਨੇ, ਸਰਕਾਰ ਪੈਸੇ ਦਿੰਦੀ ਹੈ। ਔਰ
ਪੰਜਾਬ ਨੂੰ ਬਹੁਤ ਘੱਟ ਅਮਾਉਂਟ ਉਹਦੇ ਵਿੱਚ ਕੰਟਰੀਬਿਊਟ ਕਰਨ ਦੀ ਲੋੜ ਪੈਂਦੀ ਹੈ। ਸੋ ਇਹ ਜਿਹੜੀਆਂ ਕੱਚੀ ਪੱਕੀ ਕਾਲੋਨੀਆਂ ਜਿੰਨੀਆਂ ਵੀ ਹੈਗੀਆਂ ਨੇ, ਉੱਥੇ ਲੱਗਿਆ ਤੇ ਹੋਇਆ ਸਮਾਨ, ਪਰ ਉਹ ਸਾਰਾ ਜਿਵੇਂ ਕਹਿ ਲਓ ਬੋਰ ਮਾਰ ਕੇ ਜ਼ਮੀਨ 'ਚੋਂ ਪਾਣੀ ਕੱਢ ਰਹੇ ਨੇ, ਗੰਦਾ ਪਾਣੀ ਪੀ ਰਹੇ ਨੇ, ਲੋਕੀ ਬਿਮਾਰ ਹੋ ਰਹੇ ਨੇ। ਇਹ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ। ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਿੰਗਲ ਵਿੰਡੋ ਸਿਸਟਮ। ਹੁਣ ਕੀ ਹੁੰਦਾ ਜੀ ਕਿ ਸਿੰਗਲ ਵਿੰਡੋ ਸਿਸਟਮ ਆਪਾਂ ਇੰਡਸਟਰੀ ਦੀ ਤੇ ਗੱਲ ਕਰਦੇ ਆ, ਉਹ ਵੀ ਨਹੀਂ ਪ੍ਰੋਪਰਲੀ ਚੱਲ ਰਿਹਾ, ਪਰ ਲੋਕਾਂ ਦੀਆਂ ਜਿਹੜੀਆਂ ਲੋਕਲ ਸਮੱਸਿਆ ਹੈਗੀਆਂ ਨੇ ਉਹ ਵੀ ਅਸੀਂ ਇੱਕ ਵਿੰਡੋ ਸਿੰਗਲ ਵਿੰਡੋ ਬਣਾਵਾਂਗੇ, ਜਿੱਥੇ ਆਦਮੀ ਆਪਣੀ ਜਾ ਕੇ ਪਰੇਸ਼ਾਨੀ ਦਾ ਪ੍ਰਗਟਾਵਾ ਕਰੇਗਾ, ਭਾਵੇਂ ਉਹ ਬਿਜਲੀ ਮਹਿਕਮੇ ਦੀ ਹੋਵੇ ਚਾਹੇ ਕਾਰਪੋਰੇਸ਼ਨ ਦੀ ਹੋਵੇ। ਉਹ ਸਿੰਗਲ ਵਿੰਡੋ ਦੇ ਬੇਸ ਦੇ ਉੱਤੇ ਉਹ ਪਹਿਲ ਦੇ ਆਧਾਰ ਤੇ ਲੋਕਾਂ ਲਈ ਸੁਵਿਧਾ ਕ੍ਰੀਏਟ ਕੀਤੀ ਜਾਏਗੀ। ਸੋ ਇੱਕ ਹਲੇ ਤੱਕ ਸਰ ਮੈਂ ਫਿਰ ਅਰਜ਼ ਕਰਾਂਗਾ ਕਿ ਮੈਂ 6 ਪੁਆਇੰਟ ਕਰ ਲਏ, ਇਹਦੇ ਵਿੱਚ ਰੈਵਨਿਊ ਦਾ ਕੋਈ ਬਹੁਤ ਵੱਡਾ ਐਕਸਪੈਂਸ ਨਹੀਂ ਇਨਵੋਲਵਡ। ਮੈਂ ਬਾਰ-ਬਾਰ ਕਹਿ ਰਿਹਾ ਕਿ ਪੋਲੀਟੀਕਲ ਵਿਲ ਚਾਹੀਦੀ ਹੈ, ਜਿਹੜੀ ਕਿ ਇਸ ਸ਼ਹਿਰ 'ਚ ਮਿਸਿੰਗ ਸੀਗੀ। ਮੋਹਾਲੀ ਨੂੰ ਆਈਟੀ ਹੱਬ ਬਣਾਉਣ ਲਈ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ। ਮੈਂ ਆਪ ਇੱਕ ਕੰਪਿਊਟਰ ਸਾਇੰਸ ਇੰਜੀਨੀਅਰ ਹਾਂ, ਆਈਟੀ ਕੰਪਨੀ ਰਨ ਕਰਦਾ, ਔਰ ਮੈਨੂੰ ਪਤਾ ਹੈ ਇਸ ਚੀਜ਼ ਨੂੰ ਆਪਾਂ ਕਿੱਦਾਂ ਕਰਨਾ ਹੈਗਾ। ਮੈਨੂੰ 100% ਕਲੈਰਿਟੀ ਹੈ। ਗਵਰਨਮੈਂਟ ਦੀ ਸਕੀਮ ਹੈਗੀ ਹੈ, ਕਲਸਟਰ ਡਿਵੈਲਪਮੈਂਟ ਸਕੀਮ ਹੈਗੀ ਹੈ, ਅਸੀਂ ਉਹਦਾ ਫਾਇਦਾ ਲਵਾਂਗੇ, ਪਰ ਪੋਲੀਟੀਕਲ ਇਨੀਸ਼ੀਏਟਿਵ ਸਾਨੂੰ ਲੈਣਾ ਪਏਗਾ। ਅਗੇਨ ਛੋਟੇ ਬੂਥਾਂ ਤੇ ਹਰਿਆਣਾ ਰਾਜ ਦੀ ਤਰਜ਼ ਤੇ ਇੱਕ ਹੋਰ ਮੰਜ਼ਿਲ ਬਣਾਉਣ ਦੀ ਇਜਾਜ਼ਤ। ਸਰ ਸ਼ਹਿਰ ਦੇ ਵਿੱਚ ਪ੍ਰਾਪਰਟੀਆਂ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ, ਔਰ ਆਮ ਬੰਦੇ ਵਾਸਤੇ ਬੜਾ ਮੁਸ਼ਕਿਲ ਹੈ ਕਿ ਉਸ ਚੀਜ਼ ਨੂੰ ਖਰੀਦਣਾ। ਸੋ ਵਾਟ ਵੀ ਆਰ ਟਰਾਈਂਗ ਟੂ ਡੂ ਇਜ਼ ਕਿ ਜਿਹੜਾ ਵਿਅਕਤੀ ਹੈ ਉਹ ਆਪਣੇ ਜਿਹਦੇ ਕੋਲ ਬੂਥ ਹੈਗਾ ਉੱਤੇ ਇੱਕ ਅੱਧਾ ਫਲੋਰ ਵੱਧ ਬਣਾ ਲਵੇ, ਜਿੱਦਾਂ ਹਰਿਆਣਾ ਸਰਕਾਰ ਨੇ ਗਵਰਨਮੈਂਟ ਨੇ ਅਲਾਉ ਕੀਤਾ ਹੈਗਾ, ਤਾਂ ਕਿ ਉਹਦੀ ਜਿਹੜੀ ਦੁਕਾਨ ਹੈ ਉਹਦੇ ਵਿੱਚ ਉਹ ਆਪਣਾ ਸਮੱਗਰੀ ਸਮਾਨ ਜ਼ਿਆਦਾ ਪਾ ਸਕੇ ਜਾਂ ਦੁਕਾਨ ਨੂੰ ਵਧਾ ਸਕੇ। ਤਾਂ ਔਰ ਉਹਦਾ ਰਿਜ਼ਲਟ ਇਹ ਹੋਏਗਾ ਕਿ GST ਕਲੈਕਸ਼ਨ ਵਧੇਗੀ, GST ਕਲੈਕਸ਼ਨ ਵਧੇਗੀ, ਰੈਵਨਿਊ ਵਧੇਗਾ, ਔਰ ਪ੍ਰੋਪਰਟੀ ਟੈਕਸ ਵੀ ਥੋੜਾ ਬਹੁਤ ਇੰਪਰੂਵ ਹੋਏਗਾ। ਸੋ ਇਨਕਰੋਚਮੈਂਟ ਹਟੇਗੀ। ਹੁਣ ਲੋਕ ਕੀ ਕਰਦੇ ਨੇ, ਆਪਣੇ ਪੈਸੇਜਾਂ ਦੇ ਵਿੱਚ ਸਮਾਨ ਰੱਖ ਦਿੰਦੇ ਨੇ, ਮਾਲ ਤਾਂ ਉਹਨਾਂ ਹੀ ਰੱਖਦੇ ਨੇ। ਜੇ ਇੱਕ ਫਲੋਰ ਵੱਧ ਮਿਲ ਜਾਏਗਾ ਤੇ ਕੰਪੈਰੀਟਿਵਲੀ ਜਿਹੜੇ ਸਾਡੀ ਬਾਹਰ ਪੈਸੇਜ ਦੇ ਵਿੱਚ ਲੋਕਾਂ ਨੇ ਇਨਕਰੋਚਮੈਂਟ ਕੀਤੀ ਹੈ, ਉਹਨੂੰ ਵੀ ਕਿਤੇ ਨਾ ਕਿਤੇ ਚਲ ਸਮਾਜ ਦੇ ਭਰਾਵਾਂ ਅਤੇ ਭੈਣਾਂ ਲਈ ਛੱਟ ਪੂਜਾ ਘਾਟ ਦਾ ਨਿਰਮਾਣ ਕਰਵਾਉਣਾ। ਸਾਡਾ ਪੂਰਵਾਂਚਲ ਸਮਾਜ ਹੈਗਾ, ਉਹ ਛੱਟ ਪੂਜਾ ਨੂੰ ਬਹੁਤ ਵੱਡੇ ਲੈਵਲ ਤੇ ਬਣਾਉਂਦੇ ਨੇ, ਔਰ ਤੁਸੀਂ ਸਰਪ੍ਰਾਈਜ਼ ਹੋਵੋਗੇ ਕਿ ਜਿਹੜੀ ਪੂਰਵਾਂਚਲ ਦੀ ਟੋਟਲ ਪੋਪੂਲੇਸ਼ਨ ਮੋਹਾਲੀ ਦੇ ਵਿੱਚ ਰਹਿ ਰਹੀ ਹੈ, ਉਹ ਕਿਤੇ ਨਾ ਕਿਤੇ ਮੋਹਾਲੀ ਦੀ ਅਰਬਨ ਪੋਪੂਲੇਸ਼ਨ ਦੇ ਬਰਾਬਰ ਹੀ ਹੈ। ਚਾਹੇ ਉਹਨਾਂ ਦੇ ਪੋਲੀਟੀਕਲ ਉਹਨਾਂ ਦੀਆਂ ਵੋਟਾਂ ਇੱਥੇ ਨਾ ਬਣੀਆਂ ਹੋਣ, ਪਰ ਨੰਬਰ ਆਫ ਪੀਪਲ ਲਿਵਿੰਗ ਇਜ਼ ਵੈਰੀ ਹਾਈ, ਕਿਉਂਕਿ ਬੜੀ ਡੈਂਸ ਪੋਪੂਲੇਸ਼ਨ ਵਿੱਚ ਸ਼ਾਹੀ ਮਾਜਰਾ, ਬਲੌਂਗੀ, ਬੜ ਮਾਜਰਾ, ਬੇਲੋਲਪੁਰ, ਚਾਂਪੁਰ, ਤਰੌਲੀ, ਇਹਨਾਂ ਸਾਰੇ ਏਰੀਆ ਦੇ ਵਿੱਚ, ਜਗਤਪੁਰਾ, ਮਨੌਲੀ, ਕਿਉਂਕਿ ਇੱਥੇ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਬਹੁਤ ਹੋ ਰਹੀ ਮੋਹਾਲੀ ਦੇ ਵਿੱਚ, ਲੋਕ ਪ੍ਰਾਈਵੇਟਾਈਜ਼ ਕਾਲੋਨੀਆਂ ਆ ਰਹੀਆਂ ਨੇ, ਉਹਨਾਂ ਦੇ ਨਾਲ ਫਿਰ ਪੰਜਾਬ ਦੇ ਵਿੱਚ ਤਾਂ ਸਾਨੂੰ ਇੰਡਸਟਰੀਅਲ ਲੇਬਰ ਔਰ ਦੂਜੀ ਲੇਬਰ ਮਿਲਦੀ ਨਹੀਂ। ਵੀ ਆਰ ਥੈਂਕਫੁਲ ਕਿ ਪ੍ਰਵਾਸੀ ਲੇਬਰ ਸਾਡੇ ਕੋਲ ਅਵੇਲੇਬਲ ਹੈਗੀ ਹੈ। ਜੇ ਮੈਂ ਸੋਚਦਾ ਨਾ ਹੋਵੇ ਤੇ ਪਤਾ ਨਹੀਂ ਪੰਜਾਬ ਦਾ ਕੰਮ ਕਿੱਦਾਂ ਚੱਲੇ। ਸੋ ਉਹਨਾਂ ਵਾਸਤੇ ਉਹਨਾਂ ਦੀ ਆਸਥਾ ਤੇ ਉਹ ਵਿਚਾਰੇ ਕੀ ਕਰਦੇ ਨੇ, ਨਾਲਾ ਹੈਗਾ ਜੀ ਗੰਦਾ ਜਿਹਾ, ਉਹਦੇ ਲਾਗੇ ਖੜੇ ਹੋ ਕੇ ਸਿਸਟਮ ਬਣਾ ਕੇ ਕੰਮ ਕਰਦੇ ਨੇ। ਸੋ ਅਸੀਂ ਪਹਿਲ ਦੇ ਤੌਰ ਤੇ ਕਰਾਂਗੇ ਝੁੱਗੀ ਝੋਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਫਲੈਟ ਬਣਾ ਕੇ ਉਹਨਾਂ ਦਾ ਮੁੜ ਵਸੇਬਾ ਕਰਨਾ। ਤੁਸੀਂ ਚੰਡੀਗੜ੍ਹ 'ਚ ਦੇਖੋਗੇ, ਅਸੀਂ ਜਿੰਨੀਆਂ ਵੀ ਕਾਲੋਨੀਆਂ ਸੀਗੀਆਂ, ਝੁੱਗੀਆਂ ਝੋਪੜੀਆਂ ਸੀਗੀਆਂ, ਉਹਨਾਂ ਸਾਰਿਆਂ ਨੂੰ ਕੀਤਾ ਹੈਗਾ, ਦੁਬਾਰਾ ਤੋਂ ਅਸੀਂ ਉਹਨਾਂ ਨੂੰ ਪੁਨਰ ਵਿਸਥਾਪਿਤ ਕੀਤਾ ਹੈਗਾ, ਔਰ ਮੋਹਾਲੀ ਨੂੰ ਵੀ ਉਸੇ ਤਰ੍ਹਾਂ ਤੇ ਕੰਮ ਕਰਾਂਗੇ। ਗਵਰਨਮੈਂਟ ਆਫ ਇੰਡੀਆ ਦੀ ਮੋਦੀ ਸਰਕਾਰ ਦੀ ਸਕੀਮਾਂ ਹੈਗੀਆਂ ਨੇ, ਅਨਫੋਰਚੂਨੇਟਲੀ ਪੰਜਾਬ ਸਰਕਾਰ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਨਾ ਚਾਹੁੰਦੀ। ਮੋਦੀ ਸਾਹਿਬ ਦੀ ਪੋਪੂਲੈਰਿਟੀ ਜਾਂ ਸੈਂਟਰ ਗਵਰਨਮੈਂਟ ਦੀ ਪ੍ਰੋਪਰਟੀ ਨਾ ਉਹ ਨਾ ਵਾਜੇ, ਪੋਪੂਲੈਰਿਟੀ ਨਾ ਵਾਜੇ। ਸੋ ਉਹਦੇ ਵਿੱਚ ਅਸੀਂ ਮੋਹਾਲੀ ਨੂੰ ਜਿਹੜਾ ਝੁੱਗੀ ਚੋਪੜੀ ਜਾਂ ਤੁਸੀਂ ਕਹਿ ਲਓ ਸਲਮ ਰਹਿਤ ਕਰਨ ਦੀ ਹਰ ਉਹ ਕੋਸ਼ਿਸ਼ ਕਰਾਂਗੇ, ਔਰ ਅਸੀਂ ਚੰਡੀਗੜ੍ਹ 'ਚ ਕਰਕੇ ਦਿਖਾਇਆ, ਹਰਿਆਣਾ ਵਿੱਚ ਅਸੀਂ ਕਰਕੇ ਦਿਖਾਇਆ, ਜਿੱਥੇ ਜਿੱਥੇ ਸਾਡੇ ਸੂਬਿਆਂ ਵਿੱਚ ਸਾਡੀ ਸਰਕਾਰ ਹੈ, ਅਸੀਂ ਉੱਥੇ ਹਰ ਜਗ੍ਹਾ ਕਰਕੇ ਦਿਖਾਇਆ। ਬੜੀ ਹੈਰਾਨੀ ਦੀ ਗੱਲ ਹੈ, ਸ਼ਹਿਰ ਨੂੰ ਡਿਵੈਲਪਮੈਂਟ ਦੀ ਆਪਾਂ ਗੱਲ ਕਰਦੇ ਹਾਂ, ਮੋਹਾਲੀ ਸ਼ਹਿਰ ਦੇ ਵਿੱਚ ਵਰਕਿੰਗ ਵੂਮਨ ਹੌਸਟਲ ਇੱਕ ਵੀ ਨਹੀਂ ਹੈਗਾ। ਦੇਖੋ ਅਸੀਂ ਇਸ ਸ਼ਹਿਰ ਨੂੰ ਟਰੂਲੀ ਇੰਟਰਨੈਸ਼ਨਲ, ਟਰੂਲੀ IT ਸਿਟੀ ਬਣਾਉਣਾ ਚਾਹੁੰਦੇ ਹਾਂ। ਭੈਣਾਂ ਕਿੱਥੇ ਰਹਿਣਗੀਆਂ? ਸ਼ਾਹੀ ਮਾਜਰਾ PG ਲੈ ਲੈਂਦੀਆਂ ਨੇ ਜਾਂ ਕਿਸੇ ਐਸੇ ਏਰੀਆ 'ਚ ਲੈਂਦੀਆਂ ਨੇ ਜਿੱਥੇ ਕਿ ਉਹਨਾਂ ਨੂੰ ਜਗ੍ਹਾ ਸਸਤੀ ਮਿਲ ਜਾਵੇ। ਸੋ ਅਸੀਂ ਇੰਡਸਟਰੀਅਲ ਏਰੀਆ ਦੇ ਵਿੱਚ ਵੀ ਵਿਲ ਇਨਸ਼ੋਰ ਕਿ ਜਿੱਥੇ ਜਿੱਥੇ ਇੰਡਸਟਰੀਅਲ ਏਰੀਆ ਹੈਗੇ ਨੇ ਕਲਸਟਰ ਬਣਾਵਾਂਗੇ ਉਹਨਾਂ ਦਾ, ਕਿ ਜਿੱਦਾਂ 7-8 ਇੰਡਸਟਰੀਅਲ ਏਰੀਆ ਹੈਗਾ
ਉੱਥੇ ਇੱਕ ਦਾ ਜਗ੍ਹਾ ਕਰਾਂਗੇ ਕਿ ਉੱਥੇ ਬਣ ਸਕੇ, ਪਾਲਿਸੀ ਲਿਆਵਾਂਗੇ। ਜੇ ਕੋਈ ਪ੍ਰਾਈਵੇਟਲੀ ਬਣਾਉਣਾ ਚਾਹੁੰਦਾ ਉਹ ਬਣਾ ਲਵੇ, ਸਰਕਾਰੀ ਤੌਰ ਤੇ ਵੀ ਕਰਾਂਗੇ। ਔਰ ਜਿੱਦਾਂ IT ਸਿਟੀ ਵਾਲੇ ਪਾਸੇ ਜਗ੍ਹਾ ਹੈਗੀ ਆ, ਗਮਾਡਾ ਨੂੰ ਇਨਵੋਲਵ ਕਰਕੇ ਉੱਥੇ ਵੀ ਜਗ੍ਹਾ ਕ੍ਰੀਏਟ ਕਰਵਾਵਾਂਗੇ। ਵਰਕਿੰਗ ਵੂਮਨ ਹੌਸਟਲ ਅਸੀਂ ਜ਼ਰੂਰ ਬਣਾਵਾਂਗੇ। ਮੈਡੀਕਲ ਇੱਕ ਵਧੀਆ ਮੈਡੀਕਲ ਹਸਪਤਾਲ ਦੀ ਲੋੜ ਮਹਿਸੂਸ ਹੋ ਰਹੀ ਹੈ, ਔਰ ਜਿਹਨੂੰ ਆਪਾਂ ਕਹਿ ਦਈਏ PGI ਲੈਵਲ ਦਾ ਹਸਪਤਾਲ। ਔਰ ਤੁਸੀਂ ਜੇ ਦੇਖੋ ਕਿ ਪਿਛਲੇ 70-75 ਸਾਲਾਂ 'ਚ ਜਿੰਨੇ ਕੁ PGI ਜਾਂ ਵੱਡੇ ਲੈਵਲ ਦੇ ਹਸਪਤਾਲ ਬਣੇ ਨੇ, ਉਹ 25 ਜਾਂ 20% ਸੀਗੇ ਜਿਹੜੇ ਪਿਛਲੇ 7 ਸਾਲਾਂ ਦੇ ਬਣੇ ਆ ਉਹਦੇ ਕੰਪੈਰੀਜ਼ਨ 'ਚ। ਅੱਜ ਬਠਿੰਡੇ ਕਈ ਜਗ੍ਹਾ ਪੰਜਾਬ ਦੇ ਵਿੱਚ ਪਹਿਲੇ IITs ਬੜੇ ਦਿੱਤੇ ਗਏ। ਹੁਣ ਸਰਕਾਰ ਹੈਲਥ ਦੇ ਉੱਤੇ ਬਹੁਤ ਮੇਜਰ ਕੰਮ ਕਰ ਰਹੀ ਹੈ, ਸੈਂਟਰ ਗਵਰਨਮੈਂਟ। ਔਰ ਅਸੀਂ ਇੰਸ਼ੋਰ ਕਰਾਂਗੇ ਕਿ ਮੋਹਾਲੀ ਦੇ ਵਿੱਚ ਜਿਸ ਤਰੀਕੇ ਨਾਲ ਵਿਸਤਾਰ ਹੋ ਰਿਹਾ, ਅਸੀਂ ਇੱਥੇ ਇੱਕ ਬਹੁਤ ਵਧੀਆ 400 ਬੈੱਡਾਂ ਦੇ ਕਰੀਬ ਜਿਹੜਾ ਹਸਪਤਾਲ ਹੈ ਉਹ ਇੱਥੇ ਲਿਆਈਏ ਔਰ ਉਹਨੂੰ ਕਰੀਏ। ਸਾਡੇ ਮੈਂ ਇੱਥੇ ਪੁਆਇੰਟ ਜ਼ਰੂਰ ਕਹਿਣਾ ਚਾਹੂੰਗਾ ਕਿ ਤੁਸੀਂ ਮੈਨੂੰ ਪਤਾ ਕਿ ਪੁੱਛੋਗੇ ਕਿ ਇਨੋਗ੍ਰੇਸ਼ਨ ਤਾਂ ਹੋਈ ਸੀਗੀ ਹਸਪਤਾਲ ਦੀ, ਜਿਸ ਤਰੀਕੇ ਨਾਲ ਜਸਵਾਲ ਸਾਹਿਬ ਮੇਰੇ ਵੱਲ ਦੇਖ ਰਹੇ ਨੇ ਕਿ ਪੁੱਛਣਗੇ ਜੀ ਇਨੋਗ੍ਰੇਸ਼ਨ ਤੇ ਹੋਈ ਸੀ। ਗੱਲ ਹੈ ਕਿ ਉਹਦੀ ਸੈਂਕਸ਼ਨ 2 ਸਾਲ ਪਹਿਲੇ ਹੋ ਗਈ, ਇਨੋਗ੍ਰੇਸ਼ਨ ਚੋਣ ਕੋਡ ਲੱਗਣ ਤੋਂ 2 ਦਿਨ ਪਹਿਲੇ ਕਰਤੀ ਕਿ ਚਲੋ ਲੋਕਾਂ ਨੂੰ ਦੱਸੀਏ ਕਿ ਸੋ ਇਹ ਸਾਰੀਆਂ ਚੀਜ਼ਾਂ, ਇਹਨਾਂ ਚੀਜ਼ਾਂ 'ਚ ਮੈਂ ਆਲਮੋਸਟ ਤੁਹਾਡੇ ਨਾਲ 12 ਪੁਆਇੰਟ ਡਿਸਕਸ ਕੀਤੇ ਆ। ਮੇਰੇ ਭਰਾਵਾਂ ਨੇ, ਪ੍ਰੈਸ ਵਾਲਿਆਂ ਨੇ ਮੈਨੂੰ ਇਹ ਦੱਸਣਾ ਹੈ ਕਿ ਇਹਦੇ ਵਿੱਚ ਪੋਲੀਟੀਕਲ ਵਿਲ ਦੀ ਲੋੜ ਹੈ ਇਹਨਾਂ ਕੰਮਾਂ ਨੂੰ ਕਰਨ ਦੀ, ਕਿ ਜਾਂ ਇਹਦੇ ਵਿੱਚ ਕੀ ਕਹਿੰਦੇ ਨੇ ਫਾਈਨੈਂਸ ਰੈਵਨਿਊ ਦੀ ਲੋੜ ਹੈ। ਔਰ ਜੇ ਇੱਕ ਪੋਲੀਟੀਕਲ ਵਿਲ ਦੇ ਨਾਲ ਵਿਜ਼ਨ ਦੀ ਲੋੜ ਹੈ। ਦੂਸਰੀ ਗੱਲ, ਜਦੋਂ ਅਸੀਂ ਇਹ 12 ਪੁਆਇੰਟ ਹਲੇ ਤੱਕ ਬੋਲੇ ਨੇ, ਤੁਸੀਂ ਮੈਨੂੰ ਦੱਸੋ ਕਿ ਆਪਾਂ ਜਦੋਂ ਵਿਕਾਸ ਦੇ ਦਾਅਵੇ ਸਾਡੇ ਇੱਥੇ ਹੋ ਰਹੇ ਨੇ ਕਿ ਬਹੁਤ ਵਿਕਾਸ ਕੀਤਾ, ਜੇ ਇਹ 12 ਪੁਆਇੰਟ ਨਹੀਂ ਕਵਰ ਹੋਏ, ਬੇਸਿਕ ਪੁਆਇੰਟਸ, ਵੈਰੀ ਬੇਸਿਕ ਪੁਆਇੰਟਸ ਜੇ ਨਹੀਂ ਕਵਰ ਹੋਏ, ਇਟ ਮੀਨਸ ਵਿਕਾਸ ਕਿੱਥੇ ਖੜਾ। 13ਵਾਂ ਪੁਆਇੰਟ, ਮੁਹਾਲੀ ਦੇ ਵਿੱਚ ਸੁਰੱਖਿਆ ਲਈ ਸਭ ਜਿਹੜਾ ਅੱਜ ਦੀ ਡੇਟ 'ਚ ਸਿਕਿਉਰਿਟੀ ਇਜ਼ ਦਾ ਮੇਜਰ ਇਸ਼ੂ। ਔਰ ਤੁਸੀਂ ਜੇ ਸੋਚੋ ਕਿ ਮੈਂ ਜੇ ਗੱਲ ਕਹਿ ਰਿਹਾ ਤੇ ਕੱਚੀ ਗੱਲ ਕਹਿ ਰਿਹਾ, ਬਿਲਕੁਲ ਨਹੀਂ। ਮੁਹਾਲੀ 'ਚ ਚੰਡੀਗੜ੍ਹ ਨੂੰ ਕੰਪੇਅਰ ਕਰ ਲਓ ਸਰ, ਸਾਡੀ ਕਾਰਪੋਰੇਸ਼ਨ ਹੈ, ਸਾਡੀ ਸਰਕਾਰ ਹੈ, ਉੱਥੇ CCTV ਕੈਮਰੇ ਲਾ ਕੇ ਅਸੀਂ ਸਿਕਿਉਰ ਕਿੱਦਾਂ ਕੀਤਾ ਹੋਇਆ ਚੰਡੀਗੜ੍ਹ ਨੂੰ। ਸੇਮ ਤਰਜ਼ ਤੇ ਮੁਹਾਲੀ ਨੂੰ ਵੀ ਅਸੀਂ ਇੰਸ਼ੋਰ ਕਰਾਂਗੇ, ਕਿਉਂਕਿ ਮੁਹਾਲੀ ਫੈਲ ਬਹੁਤ ਗਿਆ ਹੈ। ਮੁਹਾਲੀ ਨੂੰ ਅੰਦਰ ਆਉਣ ਵਾਲੀਆਂ ਸੜਕਾਂ ਔਰ ਬਾਹਰ ਜਾਣ ਵਾਲੀਆਂ ਸੜਕਾਂ ਬਹੁਤ ਨੇ। ਸੋ ਮੁਹਾਲੀ ਦੀ ਸੁਰੱਖਿਆ ਵਾਸਤੇ ਚਾਹੇ ਜਦੋਂ ਕਾਲੋਨੀ ਡਿਵੈਲਪ ਹੁੰਦੀ ਹੈ ਉਹਦੇ ਵਿੱਚ ਪਾਲਿਸੀ ਲਿਆਂਦੀ ਜਾ ਸਕਦੀ ਹੈ ਕਿ ਇਹ ਚੀਜ਼ਾਂ ਦੀ ਜਿਹੜੀ ਜ਼ਿੰਮੇਵਾਰੀ ਹੈ, ਜਿਹੜਾ ਬੰਦਾ ਕੋਈ ਕਾਲੋਨੀ ਕੱਟ ਰਿਹਾ, ਕੋਈ ਕਾਲੋਨਾਈਜ਼ਰ ਕਾਲੋਨੀ ਕੱਟ ਰਿਹਾ, ਜਿੱਥੇ ਗਮਾਡਾ ਕੱਟ ਰਹੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦੀ ਪ੍ਰੋਵੀਜ਼ਨ ਕਰੇ। ਔਰ ਜਿੱਥੇ ਪ੍ਰੋਵੀਜ਼ਨ ਨਹੀਂ ਹੋਈ, ਜਿੱਥੇ ਆਲਰੇਡੀ ਹੈਂਡਓਵਰ ਹੋ ਗਿਆ ਹੋਇਆ, ਉੱਥੇ ਕਾਰਪੋਰੇਸ਼ਨ ਪ੍ਰੋਪਰਟੀ ਟੈਕਸ ਇਕੱਠਾ ਕਰਦੀ ਹੈ, ਸਰਕਾਰ ਪੈਸੇ ਇਕੱਠੇ ਕਰਦੀ ਹੈ ਵੱਖਰੀ ਤਰੀਕੇ ਦੇ ਨਾਲ, ਉਹਨਾਂ ਨੂੰ ਯੂਜ਼ ਕਰਕੇ ਅਸੀਂ ਇਹ ਸਾਰੀਆਂ ਚੀਜ਼ਾਂ ਕਰਾਂਗੇ। ਬੱਚਿਆਂ ਲਈ ਚੰਗੇ ਅਤੇ ਨਵੇਂ ਸਮਾਰਟ ਸਕੂਲ ਖੋਲ੍ਹਣੇ। ਮੈਂ ਸਾਰੀ ਉਮਰ ਇੱਥੇ ਮੁਹਾਲੀ ਦੇ ਵਿੱਚ ਕੱਢਤੀ ਔਰ ਮੈਨੂੰ ਕੋਈ ਐਸਾ ਪਰਿਵਾਰ ਨਹੀਂ ਮਿਲਿਆ ਜਿਹਨੇ ਮੈਨੂੰ ਸਿਫਾਰਿਸ਼ ਨਾ ਪਾਈ ਹੋਵੇ, ਜਿਹੜੇ ਮੇਰੇ ਲਿੰਕ 'ਚ ਨੇ ਕਿ ਜੀ ਸਾਡੇ ਬੱਚੇ ਨੂੰ ਚੰਡੀਗੜ੍ਹ ਐਡਮਿਸ਼ਨ ਦਿਵਾ ਦਿਓ। ਹਰ ਬੰਦੇ ਦਾ, ਮੁਹਾਲੀ ਰਹਿਣ ਵਾਲੇ ਦਾ, ਪੰਚਕੂਲੇ ਦੀ ਸਕੂਲ ਬਹੁਤ ਵਧੀਆ ਨੇ ਕੰਪੈਰੀਜ਼ਨ ਟੂ ਮੁਹਾਲੀ, ਚੰਡੀਗੜ੍ਹ ਦੇ ਸਕੂਲ ਬਹੁਤ ਵਧੀਆ ਨੇ, ਸਰਕਾਰੀ ਸਕੂਲ ਬੜੇ ਵਧੀਆ ਨੇ। ਮੈਨੂੰ ਕੋਈ ਬੰਦਾ ਨਹੀਂ ਅੱਜ ਤੱਕ ਮਿਲਿਆ ਜਿਹਨੇ ਸਿਫਾਰਿਸ਼ ਨਾ ਪਵੇ ਮੇਰੇ ਬੱਚਿਆਂ ਦੀ ਚੰਡੀਗੜ੍ਹ ਐਡਮਿਸ਼ਨ ਕਰਾ ਦਿਓ। ਵਾਈ ਨਾਟ ਮੁਹਾਲੀ? ਸੋ ਵਿਕਾਸ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਐਜੂਕੇਸ਼ਨ ਇਜ਼ ਵਨ ਆਫ ਦਾ ਮੇਜਰ ਕੰਪੋਨੈਂਟ। ਔਰ ਇਹ ਸਕੂਲ ਬਣਾ ਕੇ, ਸਮਾਰਟ ਸਕੂਲ ਬਣਾ ਕੇ, ਵੀ ਵਿਲ ਇੰਸ਼ੋਰ ਕਿ ਟੀਚਰ ਵੀ ਜਿਹੜੇ ਹੋਣ ਉਹ ਐਸੇ ਹੋਣ ਕਿ ਜਿਹੜੇ ਪੜ੍ਹਾਉਣ ਵਾਲੇ ਹੋਣ, ਕਿਸੇ ਵੱਡੇ ਪਦਾਂ ਤੇ ਬੈਠੇ ਲੋਕਾਂ ਦੇ ਰਿਸ਼ਤੇਦਾਰ ਜਾਂ ਭੈਣ ਭਰਾ ਨਾ ਹੋਣ, ਉਹ ਨਾ ਹੋਣ ਜਿਹੜੇ ਸਿਰਫ ਚੰਡੀਗੜ੍ਹ 'ਚ ਰਹਿਣ ਵਾਸਤੇ ਮੁਹਾਲੀ 'ਚ ਪੋਸਟਿੰਗ ਕਰਾ ਕੇ ਬੈਠੇ ਨੇ। ਔਰ ਅਗੇਨ ਪੋਲੀਟੀਕਲ ਵਿਲ ਹੈ ਨਾ ਜੀ। ਨੌਜਵਾਨ ਮੁਹਾਲੀ ਸਰਕਾਰੀ ਨਰਸਿੰਗ ਕਾਲਜ ਖੋਲ੍ਹਣਾ, ਮੁਹਾਲੀ 'ਚ ਇਨਫਰਾਸਟ੍ਰਕਚਰ ਜੇ ਸਟਰੋਂਗ ਕਰਨਾ ਹੈਲਥ ਦਾ, ਤੇ ਨਰਸਿੰਗ ਕਾਲਜ ਵੀ ਖੋਲ੍ਹਣਾ ਪਏਗਾ। ਹਾਂਜੀ, ਨਰਸਿੰਗ ਕਾਲਜ ਵੀ ਖੋਲ੍ਹਣਾ ਪਏਗਾ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਮਲਟੀ ਸਕਿੱਲ ਸੈਂਟਰ ਖੋਲ੍ਹਣਾ ਪਏਗਾ। ਅਸੀਂ ਕਿੰਨੇ ਮੇਲੇ ਕਰਾਤੇ ਪਿਛਲੇ 5 ਸਾਲਾਂ 'ਚ, ਪਰ ਸਕਿੱਲ ਸੈਂਟਰ ਹੀ ਹੈ ਨਹੀਂ ਸਰਕਾਰੀ ਲੈਵਲ ਤੇ। IIT ਹੈਗੇ ਨੇ, ਉਹ ਵੀ ਕੋਈ ਦੂਰ ਨੇ। ਸ਼ਹਿਰ ਦੇ ਸੈਂਟਰ ਵਿੱਚ ਚਾਹੀਦਾ ਤਾਂ ਕਿ ਕਿਸੇ ਤਰੀਕੇ ਦੇ ਨਾਲ ਬੱਚੇ ਉੱਥੇ ਆ ਜਾ ਸਕਣ। ਹੁਣ ਜੇ ਕਿਸੇ ਨੂੰ ਦੂਰ ਜਾਣਾ ਪਵੇ, ਕੋਈ ਖੂਨੀ ਮਾਜਰਾ ਜਾਣਾ ਪਵੇ, ਕਿਤੇ ਪਰੇ ਜਾਣਾ ਪਵੇ, ਬੜੀ ਮੁਸ਼ਕਲ ਵਾਲਾ ਕੰਮ ਹੈ ਜੀ। ਔਰ ਉਹ ਸਾਰੇ ਐਬਸੋਲੀਟ ਹੋ ਗਏ ਹੋਏ ਨੇ। ਸੋ ਪ੍ਰੋਪਰ ਸਕਿੱਲ ਡਿਵੈਲਪਮੈਂਟ ਸੈਂਟਰ ਮੈਂ ਤੁਹਾਨੂੰ ਪ੍ਰਾਊਡਲੀ ਸ਼ੇਅਰ ਕਰ ਰਿਹਾ। ਵੈਨ ਆਈ ਵਾਸ ਪ੍ਰੈਜ਼ੀਡੈਂਟ ਮੁਹਾਲੀ ਇੰਡਸਟਰੀ ਐਸੋਸੀਏਸ਼ਨ, ਅਸੀਂ ਸਕਿੱਲ ਡਿਵੈਲਪਮੈਂਟ ਸੈਂਟਰ, ਮੈਂ ਐਸੋਸੀਏਟਡ ਸੀ ਐਸੋਸੀਏਸ਼ਨ ਨਾਲ ਜਿਸ ਵੇਲੇ, ਅਸੀਂ ਉੱਥੇ ਇੱਕ MSME ਦੇ ਨਾਲ ਮਿਲ ਕੇ CNC ਦਾ ਸਕਿੱਲ ਟ੍ਰੇਨਿੰਗ ਸੈਂਟਰ ਖੋਲ੍ਹਿਆ ਸੀਗਾ, ਕਾਫੀ ਖਰਚਾ ਕਰਕੇ, ਜਿਸ 'ਚ ਸਾਨੂੰ ਯੋਗਦਾਨ MSME ਗਵਰਨਮੈਂਟ ਆਫ ਇੰਡੀਆ ਵੱਲੋਂ ਮਿਲਿਆ। ਉਹਨਾਂ ਨੇ ਸਾਨੂੰ 12-15 ਲੱਖ ਦਾ ਸੌਫਟਵੇਅਰ ਦਿੱਤਾ, ਪਲੱਸ ਅਸੀਂ ਥੋੜੇ ਕੰਪਿਊਟਰ ਆਪਣੀ ਐਸੋਸੀਏਸ਼ਨ ਵੱਲੋਂ ਲਾਤੇ। ਸੋ ਅਗੇਨ ਪੋਲੀਟੀਕਲ ਵਿਲ। ਸਮਾਜਿਕ ਧਾਰਮਿਕ NGOs ਲਈ ਸਰਕਾਰੀ ਦਰ ਤੇ ਥਾਂ ਤੇ ਪਲਾਟ ਕਰਵਾਉਣਾ।
ਬੜੀਆਂ ਸਾਡੀਆਂ ਸੋਸ਼ਲ ਆਰਗੇਨਾਈਜੇਸ਼ਨਸ ਨੇ, ਸਮਾਜਿਕ ਭਾਈਚਾਰੇ ਦੀਆਂ ਆਰਗੇਨਾਈਜੇਸ਼ਨਸ ਨੇ, ਜਿੱਦਾਂ ਪ੍ਰੈਸ ਕਲੱਬ ਆਫ ਇੰਡੀਆ ਹੀ ਲੈ ਲਓ ਜਾਂ ਤੁਹਾਡੀ ਪ੍ਰੈਸ ਦਾ ਹੀ ਲੈ ਲਈਏ। ਮੈਨੂੰ ਬੜੀ ਹੈਰਾਨੀ ਹੁੰਦੀ ਸੀਗੀ ਕਿ ਮੋਹਾਲੀ ਦੀ ਪ੍ਰੈਸ ਬੜੀ ਤਗੜੀ ਪ੍ਰੈਸ ਹੈ, ਪਰ ਇੱਧਰੋਂ ਉੱਧਰੋਂ ਆਪਾਂ ਜਗ੍ਹਾ ਕਦੀ ਕਿਸੇ ਤੋਂ ਰਿਕੁਐਸਟ ਕਰਕੇ ਉਹ ਸਾਨ ਲੈਂਦੇ ਆ, ਕਦੀ ਕਿਸੇ ਤੋਂ ਸਾਨ ਲੈਂਦੇ ਆ। ਗਮਾਡਾ ਕਿਉਂ ਨਹੀਂ ਦਿੰਦੀ? ਹਾਂਜੀ, ਗਮਾਡਾ ਦੀ ਡਿਊਟੀ ਬਣਦੀ ਹੈ ਕਿ ਪ੍ਰੈਸ ਵਾਸਤੇ ਇੱਕ 2 ਕਨਾਲ ਦਾ, 4 ਕਨਾਲ ਦਾ, 5 ਕਨਾਲ ਦਾ ਇੱਕ ਪਲਾਟ ਦੇਵੇ। ਆਪਾਂ ਕਹਿੰਦੇ ਆ ਯਾਰ ਉਹ ਮੈਂ ਸ਼ਾਮਲਾ ਫਲਾਣੀ ਜਗ੍ਹਾ ਲਈ ਆ, ਉਹ 'ਚ ਚਲੋ 500 ਗਜ ਜਗ੍ਹਾ ਅੱਡ ਦੇ ਦਿੰਦੇ ਆ, ਪ੍ਰੈਸ ਕਲੱਬ ਬਣਾ ਲੂਗੀ, ਜਾਂ ਫਲਾਣੇ ਬੰਦੇ ਨੇ ਉਹ ਜਗ੍ਹਾ ਹੈਗੀ ਆ। ਕਿ ਆਪਾਂ we have to follow the right way. I am not blaming anybody. We have to be very straight. Again ਮੈਂ ਬਾਰ-ਬਾਰ ਗੱਲ ਕਰਦਾ, ਮੇਰੇ ਕੁਝ ਵੀਰ ਹੱਸ ਰਹੇ ਨੇ, ਮੈਂ ਮਾਫੀ ਚਾਹਨਾ, ਪਰ ਤੁਸੀਂ ਸਮਝ ਰਹੇ ਹੋ ਮੈਂ ਕੀ ਗੱਲ ਕਹਿ ਰਿਹਾ। ਪਾਲਿਸੀ ਨੂੰ ਇੰਪਲੀਮੈਂਟ ਕਰਨ ਵਾਸਤੇ we have to be very straight. ਗਮਾਡਾ ਕੋ ਜਗ੍ਹਾ ਪਈ ਹੈ, ਸਰਕਾਰੀ ਰੇਟ ਤੇ ਗਮਾਡਾ ਜਗ੍ਹਾ ਦੇਵੇ, ਔਰ ਪ੍ਰੈਸ ਹਿੰਦੁਸਤਾਨ ਦੀ ਡੈਮੋਕ੍ਰੇਸੀ ਦਾ ਸਭ ਤੋਂ ਸਟਰੋਂਗ ਸਤੰਭ ਹੈ। ਜੇ ਉਹਨੂੰ ਨਹੀਂ ਜਗ੍ਹਾ ਦੇਣੀ, ਹੋਰ ਕਿਹਨੂੰ ਦੇਣੀ ਹੈ? ਇਸੇ ਤਰੀਕੇ ਨਾਲ ਹੋਰ ਆਰਗੇਨਾਈਜੇਸ਼ਨਸ ਨੇ, ਸੋਸ਼ਲ ਆਰਗੇਨਾਈਜੇਸ਼ਨਸ ਨੇ। ਸੋ ਮੈਰਿਟ ਦੇ ਆਧਾਰ ਤੇ ਇਹ ਕੰਮ ਵੀ ਬਣਾਉਣ ਤੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨਾ। ਦੇਖੋ ਮੇਰੇ ਨਾਲ ਹਰਿਆਣਾ ਦੇ ਸਪੋਰਟਸ ਮੰਤਰੀ ਬੈਠੇ ਨੇ, ਜਦੋਂ ਇਹ ਬੋਲਣਗੇ ਦੱਸਣਗੇ ਇਹਨਾਂ ਨੇ ਖੇਡਾਂ ਲਈ ਹਰਿਆਣੇ ਵਿੱਚ ਕੀ ਕੁਝ ਹੋਇਆ, ਔਰ ਵਰਲਡ ਵਿੱਚ ਹਾਈਐਸਟ ਜੇ ਕਿਤੇ ਪੈਸੇ ਦਿੱਤੇ ਜਾ ਰਹੇ ਨੇ 골ਡ ਮੈਡਲਿਸਟ ਨੂੰ ਵਰਲਡ ਵਿੱਚ, ਇਟ ਇਜ਼ ਇਨ ਹਰਿਆਣਾ। ਪਰ ਬੱਚੇ ਤੇ ਕੀ ਕੀਤਾ, ਬੱਚੇ ਲਈ ਕੀ ਕੀਤਾ ਜਾ ਰਿਹਾ, ਇਟ ਇਜ਼ ਬੀਇੰਗ ਡਨ ਬਾਈ ਹਰਿਆਣਾ। ਕਿਸ ਤਰੀਕੇ ਨਾਲ ਇੱਕ ਬੱਚੇ ਦੇ ਉੱਤੇ ਨਜ਼ਰ ਰੱਖੀ ਜਾਂਦੀ ਹੈ, ਔਰ ਇੱਕ ਨਹੀਂ ਨਰਸਰੀਜ਼ ਡਿਵੈਲਪ ਕੀਤੀ ਜਾ ਰਹੀਆਂ ਨੇ। ਪਰ ਪੰਜਾਬ 'ਚ ਇਹੋ ਜਿਹੀ ਸਾਡੀ ਪਾਲਿਸੀ ਨਹੀਂ ਹੈਗੀ। ਅਸੀਂ ਮੋਹਾਲੀ 'ਚ ਇੰਸ਼ੋਰ ਕਰਾਂਗੇ ਕਿ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਵੀ ਹੋ ਸਕਦਾ, ਜਿਹੜੀਆਂ ਪੰਚਾਇਤੀ ਜ਼ਮੀਨਾਂ ਹੈਗੀਆਂ ਉੱਥੇ ਵਧੀਆ ਇਨਫਰਾਸਟ੍ਰਕਚਰ ਡਿਵੈਲਪ ਕਰਾਈਏ। ਨੌਜਵਾਨ ਲਈ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਖੇਡਾਂ ਪ੍ਰਤੀ ਰੁਚੀ ਪਾਉਣਾ ਉਹਦੀ ਕੰਟੀਨਿਊਸ਼ਨ ਹੈ। ਜਿਹੜੇ ਬੱਚੇ ਖੇਡਦੇ ਰਹਿੰਦੇ ਨੇ ਉਹ ਸਰਟਨਲੀ ਉਹਨਾਂ ਦਾ ਧਿਆਨ ਨਸ਼ਿਆਂ ਵੱਲ ਘਟ ਜਾਂਦਾ। ਸੋ ਵੀ ਵਿਲ ਪੁਸ਼ ਦੈਟ। ਮੋਹਾਲੀ ਦੇ ਪਾਰਕਾਂ ਨੂੰ ਹੋਰ ਸੁੰਦਰ ਬਣਾਉਣ ਅਤੇ ਉਹਨਾਂ ਵਿੱਚ ਉੱਚ ਪੱਧਰੀ ਓਪਨ ਜਿਮ ਅਤੇ ਬੱਚਿਆਂ ਲਈ ਮਨੋਰੰਜਨ ਦਾ ਵਿਸ਼ੇਸ਼ ਪ੍ਰਬੰਧ ਕਰਨਾ ਸੀ। ਸਰ ਤੁਸੀਂ ਜੇ ਮੋਹਾਲੀ ਦੇ ਪਾਰਕ ਦੇਖੋਗੇ ਔਰ ਉਹਨਾਂ ਨੂੰ ਚੰਡੀਗੜ੍ਹ ਦੇ ਨਾਲ ਕੰਪੇਅਰ ਕਰੋਗੇ, ਔਰ ਈਵਨ ਜੇ ਪੰਚਕੂਲੇ ਨਾਲ ਵੀ ਕੰਪੇਅਰ ਕਰ ਲੋਗੇ, ਜਦੋਂ ਅਸੀਂ ਗੱਲ ਕਰਦੇ ਹਾਂ ਟਰਾਈ ਸਿਟੀ ਦੀ, ਤੇ ਵੀ ਹੈਵ ਟੂ ਟਾਕ ਇਨਕਲੂਸਿਵਲੀ। ਸੋ ਕਿਤੇ ਨਾ ਕਿਤੇ ਸਾਡੇ ਪਾਰਕਾਂ ਦਾ ਲੈਵਲ ਉਹ ਨਹੀਂ ਹੈਗਾ ਜੋ ਹੋਣਾ ਚਾਹੀਦਾ। ਵੀ ਵਿਲ ਇਨਸ਼ੋਰ ਦੈਟ ਕਿ ਅਸੀਂ ਇਹਨਾਂ ਨੂੰ ਪਿੱਛੇ ਛੱਡੀਏ, ਅਸੀਂ 1 ਨੰਬਰ ਤੇ ਰਹੀਏ, ਤਾਂ ਕਿ ਚੰਡੀਗੜ੍ਹ ਔਰ ਹਰਿਆਣੇ ਵਾਲੇ ਸਾਡਾ ਐਗਜ਼ਾਮਪਲ ਦੇ ਸਕਣ ਜਦੋਂ ਉਹਨਾਂ ਦੀ ਵਾਰੀ ਆਵੇ। ਲਵਾਰਿਸ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣਾ ਬਹੁਤ ਵੱਡੀ ਪ੍ਰੋਬਲਮ ਹੈ, ਬਹੁਤ ਵੱਡੀ ਪ੍ਰੋਬਲਮ ਹੈ, ਔਰ ਹੱਥ ਬੰਨੇ ਹੋਏ ਇਹਨੂੰ ਠੀਕ ਕਰਨ ਲਈ। ਪਰ ਅਸੀਂ ਕੋਈ ਨਾ ਕੋਈ ਸਿਸਟਮ ਇਦਾਂ ਦਾ ਬਣਾਵਾਂਗੇ ਕਿ ਡੌਗ ਪੌਂਡ ਕ੍ਰੀਏਟ ਕੀਤਾ ਜਾਵੇ। ਮੋਹਾਲੀ 'ਚ ਨਹੀਂ ਹੋਇਆ, ਇੱਕ ਡੌਗ ਪੌਂਡ ਬਣਾਇਆ ਜਾਊਗਾ। ਉਸੇ ਤਰੀਕੇ ਨਾਲ ਜਿਹੜੀ ਸਾਡੀ ਇੱਥੋਂ ਦੀ ਮੋਹਾਲੀ ਦੀ ਗਊਸ਼ਾਲਾ ਹੈ, ਕਾਰਪੋਰੇਸ਼ਨ ਜਿਹਨੂੰ ਚਲਾ ਰਹੀ ਹੈ, ਜੇ ਉਹ ਇਫੈਕਟਿਵਲੀ ਕੰਮ ਕਰੇ, ਤੇ ਆਈ ਐਮ ਸਰਟਨ। ਦੇਖੋ ਪੋਲੀਟੀਕਲ ਵਿਲ 21 ਦੇ 1 ਪੁਆਇੰਟਾਂ ਚਾਹੀਦੀ ਹੈ, ਪੈਸੇ ਮੇਰੇ ਖਿਆਲ ਨਾਲ 20% ਚਾਹੀਦੇ ਨੇ ਜਾਂ 15% ਚਾਹੀਦੇ ਨੇ। ਜਿਹੜੀਆਂ ਗਾਵਾਂ ਮੱਝਾਂ ਨੇ, ਜਿਹੜੀਆਂ ਲਵਾਰਿਸ ਨੇ, ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਲੋਕੀ ਖੁੱਲਾ ਛੱਡ ਦਿੰਦੇ ਨੇ। ਅਸੀਂ ਕਿਤੇ ਨਾ ਕਿਤੇ ਉਹਦੇ ਤੇ ਕੰਪਰੋਮਾਈਜ਼ ਕਰਦੇ ਹਾਂ। ਜੇ ਕਾਰਪੋਰੇਸ਼ਨ ਵਾਲੇ ਫੜ ਵੀ ਲੈਂਦੇ ਨੇ, ਫਿਰ ਪੋਲੀਟੀਕਲ ਪ੍ਰੈਸ਼ਰ ਕਰਕੇ ਛੱਡਦੀਆਂ ਵੀ ਪੈ ਜਾਂਦੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇਨਸ਼ੋਰ ਕਰਾਂਗੇ ਕਿ ਟੇਕਨ ਕੇਅਰ ਹੋਣ, ਔਰ ਜਿਹੜੇ 3 ਸੰਕਲਪ ਨੇ ਉਹ ਤੇ ਪਹਿਲ ਦੇ ਆਧਾਰ ਤੇ ਉਹ ਜਿਹੜੇ ਸੰਕਲਪ ਨੇ ਉਹਨਾਂ ਨੂੰ ਜੇ ਆਪਾਂ ਲਾਗੂ ਕਰਨਾ ਹੈ, ਤੇ ਮੇਰੇ ਖਿਆਲ ਨਾਲ ਕੋਈ ਬੰਦਾ ਵੀ ਜੇ ਸਹੁੰ ਖਾ ਕੇ ਬਹਿ ਜਾਏ ਤੇ ਉਹਨਾਂ ਨੂੰ ਕਰ ਸਕਦਾ। ਜੇ ਪੂਰੇ ਦਰਸ਼ਨ ਦੇਣਗੇ, ਮੈਂ ਬੇਨਤੀ ਹੈ ਉਹਨਾਂ ਦੀ ਫਲਾਈਟ, ਸਰ ਉਹਨਾਂ ਦੀ ਫਲਾਈਟ ਲੇਟ ਹੋ ਗਈ। ਤੁਹਾਨੂੰ ਪਤਾ ਕਿ ਇਲੈਕਸ਼ਨ ਦਾ ਟਾਈਮ ਹੈ, ਹਾਲੇ ਉਹਨਾਂ ਦੀ ਫਲਾਈਟ ਲੈਂਡ ਨਹੀਂ ਕੀਤੀ ਸੀ। ਸਾਨੂੰ ਉਮੀਦ ਸੀ ਕਿ 4 ਵਜੇ ਪਹੁੰਚ ਜਾਣਗੇ, ਅਸੀਂ ਪ੍ਰੈਸ ਕਰਾਂਗੇ। ਬਾਕੀ ਸਾਰੇ ਭੈਣ ਭਰਾ ਬੈਠੇ ਨੇ, ਔਰ ਉਹ ਰਾਜਨੀਤੀ 'ਚ ਕਾਫੀ ਸਮੇਂ ਤੇ ਹੋ, ਤੇ ਜੋ ਪਹਿਲਾਂ ਜਦੋਂ 10 ਸਾਲ ਅਕਾਲੀ ਸਰਕਾਰ ਰਹੀ ਆ ਤਾਂ ਉਸ ਸਮੇਂ ਇਹ ਚੀਜ਼ਾਂ ਹੋਈਆਂ ਨਹੀਂ ਗਈਆਂ ਕੁਝ ਵੀ। ਜਸਵੰਤ ਸਾਹਿਬ, ਮੈਂ ਰਾਜਨੀਤੀ 'ਚ ਬਹੁਤ ਸਮੇਂ ਤੋਂ ਨਹੀਂ ਹਾਂ। ਮੈਂ ਰਾਜਨੀਤੀ 'ਚ ਪਿਛਲੇ 1.5 ਸਾਲ ਤੋਂ ਐਕਟਿਵਲੀ ਇਨਵੋਲਡ ਹਾਂ, ਬਟ ਸੋਸ਼ਲ ਕੰਮਾਂ 'ਚ ਮੈਂ ਪਿਛਲੇ ਕਾਫੀ ਸਮੇਂ ਤੋਂ ਨਾਲ ਰਿਹਾ। ਤੁਸੀਂ ਜਿਹੜਾ ਕੁਐਸਚਨ ਪੁੱਛਿਆ ਉਹਦੀ ਮੈਂ ਐਕਸਟੈਂਸ਼ਨ ਤੁਹਾਡਾ ਜਵਾਬ ਦੇ ਦਿੰਦਾ। ਬੱਸ ਸਟੈਂਡ ਬਣ ਗਿਆ ਸੀ ਮੋਹਾਲੀ 'ਚ, ਔਰ ਚਲੋ ਅਸੀਂ ਉਹ 'ਚ ਕੋਈ ਕਹਿੰਦੇ ਆ ਕਿ ਸਾਡੇ ਮਤਲਬ ਦਾ ਨਹੀਂ ਬਣਿਆ, ਪਰ ਜੇ ਇਨਫਰਾਸਟ੍ਰਕਚਰ ਉਸ ਬੱਸ ਸਟੈਂਡ ਦਾ ਵਨ ਆਫ ਦਾ ਬੈਸਟ ਇਨਫਰਾਸਟ੍ਰਕਚਰ ਆਪਾਂ ਨੂੰ ਕਹਿ ਸਕਦੇ ਬਣਿਆ ਸੀ। ਹੁਣ ਜੇ ਪੋਲੀਟੀਕਲ ਵਜ੍ਹਾ ਕਰਕੇ ਅਸੀਂ ਉਹਨੂੰ ਸਕ੍ਰੈਪ ਕਰ ਦਈਏ ਤੇ ਫਿਰ ਉਹਦੇ ਵਿੱਚ ਵਿਸ਼ੇਸ਼ਤਾ ਕੁਝ ਨਹੀਂ ਕਰ ਸਕਦੇ। ਸੰਜੀਤ ਜੀ, ਲਗਾਤਾਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਆਪਣਾ ਚੋਣ ਮੈਨੀਫੈਸਟੋ ਲੈ ਕੇ ਆਪਣੇ ਜਿਹੜੇ ਵਾਅਦੇ ਨੇ ਲੋਕਾਂ ਦੇ ਨਾਲ ਕੀਤੇ ਜਾਣ ਵਾਲੇ ਲੋਕਾਂ ਦੇ ਵਿੱਚ ਲੈ ਕੇ ਜਾ ਰਹੀਆਂ ਨੇ,
ਸਰ ਤੁਹਾਨੂੰ ਲੱਗਦਾ ਹੈਗਾ ਕਿ ਜਿਹੜੇ ਤੁਸੀਂ ਚੋਣ ਮੈਨੀਫੈਸਟੋ ਅੱਜ ਜਾਰੀ ਕੀਤਾ ਇਹਨੂੰ ਕਾਨੂੰਨੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ? ਦੇਖੀਏ, ਬਿਲਕੁਲ ਮੈਂ ਸਹਿਮਤ ਹਾਂ। ਤੁਸੀਂ ਸਾਡੇ ਗਵਰਨਮੈਂਟ, ਸੈਂਟਰ ਗਵਰਨਮੈਂਟ ਦਾ ਕੋਈ ਵੀ ਤੁਸੀਂ ਵਿਜ਼ਨ ਡਾਕੂਮੈਂਟ ਜਾਂ ਮੈਨੀਫੈਸਟੋ ਦੇਖ ਲਓ। ਅਸੀਂ ਜਦੋਂ ਵੀ ਜੋ ਕਮਿਟ ਕੀਤਾ ਉਹਨੂੰ ਅਸੀਂ ਪੂਰਾ ਕਰਨ ਤੇ ਜੇ 100% ਨਹੀਂ ਪਹੁੰਚ ਪਾਏ ਤੇ 80 85 90% ਅਸੀਂ ਜ਼ਰੂਰ ਪੂਰਾ ਕੀਤਾ। ਮੈਂ ਐਗਜ਼ਾਮਪਲ ਦਊਂਗਾ। ਅਸੀਂ 1984 ਦੇ ਜਿਹੜੇ ਸਿੱਖ ਨਗਰ ਭੈਰਾਂ ਦੀ ਨਸਲ ਖੋਰੀ ਹੋਈ ਉਹਦੀ ਕਮਿਟਮੈਂਟ ਕੀਤੀ ਸੀ 2014 ਚ, ਜਦ ਕਿ ਜਿਹੜੇ ਦੋਸ਼ੀ ਸੀ ਉਹ ਬਰੀ ਹੋ ਚੁੱਕੇ ਸੀਗੇ, ਸਾਰੇ ਦੋਸ਼ੀ ਬਰੀ ਹੋ ਚੁੱਕੇ ਸੀ। ਅਸੀਂ ਕਮਿਟ ਕੀਤਾ ਕਿ ਅਸੀਂ ਇਨਸਾਫ ਦਵਾਵਾਂਗੇ। ਕੇਸ ਦੁਬਾਰਾ ਤੋਂ ਖੁੱਲੇ, ਸੱਜਣ ਕੁਮਾਰ ਜੀ ਨੂੰ ਸਜ਼ਾ ਹੋਈ, ਬਾਕੀਆਂ ਤੇ ਚੱਲ ਰਿਹਾ। ਔਰ ਇਸ ਤਰੀਕੇ ਦੇ ਮੈਂ ਤੁਹਾਨੂੰ ਹੋਰ ਵੀ ਪੁਆਇੰਟ ਗਿਣਾ ਸਕਦਾ। ਸੰਜੀਵ ਜੀ, ਇੱਕ ਪੱਖ ਹੈ ਕਿ ਤੁਸੀਂ ਮਤਲਬ ਇਹ ਸਾਰੀਆਂ ਚੀਜ਼ਾਂ ਕੀਤੀਆਂ। ਮੈਂ ਇਹ ਪੁੱਛ ਰਹੀ ਹਾਂ ਕਿ ਤੁਸੀਂ ਇਸ ਹੱਕ ਵਿੱਚ ਹੋ ਕੇ ਹੋਣਾ ਚਾਹੀਦਾ, ਕੋਈ ਦਿੱਕਤ ਦੀ ਗੱਲ ਨਹੀਂ ਹੈ। ਦੇਖੋ, ਮੈਂ ਗੱਲ ਹੀ ਕਿੱਥੋਂ ਸ਼ੁਰੂ ਕਰ ਰਿਹਾ, ਪੋਲੀਟੀਕਲ ਵਿਲ ਤੋਂ ਗੱਲ ਸ਼ੁਰੂ ਕਰ ਰਿਹਾ। ਮੈਂ ਕੋਈ ਇਹ ਨਹੀਂ ਗੱਲ ਕਰ ਰਿਹਾ ਕਿ ਇਹ ਕੰਮ ਮੈਂ ਕਰਵਾ ਦੂੰਗਾ। ਇਹ ਕੰਮ ਕੋਈ ਵੀ ਬੰਦਾ ਕਰਾ ਸਕਦਾ ਹੈ, ਤੁਸੀਂ ਕਰਾ ਸਕਦੇ ਹੋ। ਸਿਰਫ ਤੁਸੀਂ ਦ੍ਰਿੜ ਨਿਸ਼ਚੈ ਲੈ ਲਓ ਕਿ ਮੈਂ ਇਹ ਕੰਮ ਕਰਾਣੇ ਆ। ਇੱਥੇ ਕਿੱਥੇ ਜ਼ੋਰ ਲੱਗਦਾ ਹੈ? ਸਿਰਫ ਐਡਮਿਨਿਸਟ੍ਰੇਸ਼ਨ ਦੀ ਚੂੜੀ ਕੱਸਣੀ ਹੈ। ਜੇ ਮੈਂ ਗਲਤ ਕਰ ਰਿਹਾ ਮੈਨੂੰ ਕਰੈਕਟ ਕਰ ਦਿਓ।